ਪਰ ਅਗਰ ਉਸ ਗੁਰੂ ਘਰ ਵਿੱਚ ਜੇ ਮਨਮਤੀ ਦਾ ਕਬਜ਼ਾ ਹੋਏਗਾ ਤੇ ਗੁਰਮਤ ਦਾ ਪ੍ਰਕਾਸ਼ ਕਦੇ ਨਹੀਂ ਹੋ ਪਾਏਗਾ। ਇੱਕ ਗੁਰੂ ਘਰ ਵਿੱਚ ਜਿਹੜਾ ਵਪਾਰੀ ਹੈ, ਜਿਸਨੇ ਵਪਾਰ ਕਰਨ ਲਈ ਗੁਰੂ ਘਰ ਤੇ ਕਬਜ਼ਾ ਕੀਤਾ ਵਾ, ਉਹ ਕਦੇ ਵੀ ਕੀਰਤਨੀ ਸਿੰਘਾਂ ਵਾਸਤੇ ਔਰ ਗੁਰੂ ਦੇ ਗ੍ਰੰਥੀਆਂ ਵਾਸਤੇ ਕੋਈ ਗੱਲ ਨਹੀਂ ਸੋਚੇਗਾ, ਕਿਉਂਕਿ ਵਪਾਰ ਉਸਨੇ ਕਰਨਾ ਹੈ ਗੁਰੂ ਘਰ ਦੀ ਸਿੱਖਿਆ ਨੂੰ, ਗੁਰੂ ਘਰ ਦੀ ਮਰਿਆਦਾ ਨੂੰ ਵੇਚਣਾ ਹੈ। ਗੁਰੂ ਘਰ ਨੇ ਸੇਂਤ ਤਾਂ ਵੱਜ ਗਈ ਹੋਈ ਹੈ, ਸੇਂਤ ਤੇ ਵਿਪਰਵਾਦ ਨੇ ਮਾਰ ਲਈ ਹੋਈ ਹੈ, ਲੁੱਟਣ ਦੀ ਤਿਆਰੀਆਂ ਵੀ ਲੁੱਟ ਵੀ ਗਏ ਨੇ। ਸਾਡੇ ਘਰ ਦੇ ਬਸ਼ਿੰਦੇ ਸੋਚਣ ਤੋਂ ਮਜਬੂਰ ਹੋ ਗਏ ਨੇ ਕਿ ਜੇ ਆਪਾਂ ਪੰਜਾਬੀ ਬੋਲੀ ਤਾਂ ਦੂਜਾ ਸਮਝ ਜਾਏਗਾ ਇਹ ਤਾਂ ਪਿੰਡੂ ਹੈਗਾ। ਇੱਕ ਸ਼ਰਮ ਦੀ ਗੱਲ ਹੈ ਸਾਧ ਸੰਗਤ, ਬਹੁਤ ਹੀ ਸ਼ਰਮ ਦੀ ਗੱਲ ਹੈ। ਗੁਰੂ ਘਰ ਦੀ ਮਾਇਆ ਗੁਰਮਤ ਦੇ ਪ੍ਰਚਾਰ ਵਿੱਚ ਲੱਗਣੀ ਚਾਹੀਦੀ ਹੈ, ਨਾ ਕਿ ਗੁਰੂ ਦੇ ਘਰ ਦੇ ਸਿਮਟਾਂ ਔਰ ਮਾਰਬਲਾਂ ਵਾਸਤੇ ਔਰ ਡਿਊਰੇਟ ਵਾਸਤੇ ਔਰ ਝੁਮਰਾਂ ਵਾਸਤੇ ਲੱਗਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਸੀ ਸਾਂਝ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਾਹਿਬ ਵਿਖੇ। ਤੁਹਾਨੂੰ ਦੱਸ ਦਈਏ ਕਿ ਆਪਸੀ ਸਾਂਝ ਵੱਲੋਂ ਜੋ ਵੀ ਇੰਟਰਵਿਊ ਲਏ ਜਾ ਰਹੇ ਹਨ DGPC ਜੋ ਇਲੈਕਸ਼ਨਸ ਨੇ ਉਹਨਾਂ ਦੇ ਕੰਟੈਸਟੈਂਟਸ ਦੇ, ਤਾਂ ਆਪਸੀ ਸਾਂਝ ਦੀ ਸਭ ਤੋਂ ਪਹਿਲੀ ਇਹੀ ਅਪੀਲ ਹੁੰਦੀ ਹੈ ਕਿ ਕੋਈ ਵੀ ਜੋ ਕੰਟੈਸਟੈਂਟ ਹੈ ਉਹ ਅਗਰ ਇੰਟਰਵਿਊ ਦੇਣਾ ਚਾਹੁੰਦਾ ਹੈ ਤਾਂ ਪਾਵਨ ਪਵਿੱਤਰ ਹਜ਼ੂਰੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਉੱਥੇ ਬੈਠ ਕੇ ਦੇਵੇਗਾ। ਤਾਂ ਅੱਜ ਅਸੀਂ ਜਿਸ ਕੰਟੈਸਟੈਂਟਸ ਨੂੰ ਮਿਲਣ ਆਏ ਹਾਂ, ਇੱਥੇ ਆਉਣ ਤੋਂ ਬਾਅਦ ਮੇਰੇ ਪਰਸਨਲੀ ਆਪਣੇ ਮਨ ਦੇ ਵਿੱਚ ਇੰਨੀ ਖੁਸ਼ੀ ਹੋਈ ਕਿ ਅਸੀਂ ਉਹਨਾਂ ਨੂੰ ਜਦ ਕਿਹਾ ਕਿ ਅਸੀਂ ਤੁਹਾਡਾ ਇੰਟਰਵਿਊ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲੈਣਾ ਹੈ, ਤਾਂ ਉਹਨਾਂ ਨੇ ਜਿਸਲੇ ਸਾਨੂੰ ਇੱਕ ਗੱਲ ਕਹੀ ਕਿ ਹਾਂ ਜੀ ਮੈਂ ਤਿਆਰ ਹਾਂ, ਔਰ ਜਦੋਂ ਲੈ ਕੇ ਆਏ ਆਪਣੇ ਘਰ ਵਿਖੇ ਤਾਂ ਮੈਨੂੰ ਲੱਗਿਆ ਕਿ ਇਹ ਕਹਿਣਗੇ ਕਿ ਸਾਨੂੰ ਆਪਣੇ ਘਰ ਦੇ ਵਿੱਚ ਇੰਟਰਵਿਊ ਸਾਡਾ ਜਿਹੜਾ ਲੈ ਲਓ। ਬਟ ਜਦ ਇਹਨਾਂ ਨੇ ਸਾਨੂੰ ਕਿਹਾ ਕਿ ਆਓ ਗੁਰਦੁਆਰਾ ਸਾਹਿਬ ਚਲੀਏ, ਅਤੇ ਇਹਨਾਂ ਨੇ ਆਪਣੇ ਹੀ ਘਰ ਦੇ ਉੱਪਰ ਵਾਲੀ ਛੱਤ 'ਤੇ ਮਹਾਰਾਜ ਸਾਹਿਬ ਦਾ ਸਰੂਪ ਜੋ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ। ਔਰ ਮੇਰੇ ਮਨ 'ਚ ਇੰਨੀ ਖੁਸ਼ੀ ਹੋਈ ਕਿ ਅੱਜ ਇੰਟਰਵਿਊ ਅਗਰ ਅਸੀਂ ਇਹਨਾਂ ਦਾ ਲਵਾਂਗੇ, ਇਹ ਉਹ ਸ਼ਖਸੀਅਤ ਨੇ ਜਿਨ੍ਹਾਂ ਤੋਂ ਤੁਸੀਂ ਸਾਰੇ ਹੀ ਜਾਣੂ ਹੋ। ਤਾਂ ਅੱਜ ਅਸੀਂ ਪਹੁੰਚੇ ਹਾਂ ਇੰਟਰਵਿਊ ਲੈਣ ਦੇ ਲਈ, ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ DGPC ਇਲੈਕਸ਼ਨ ਦੇ ਡਿਗਿਆਨਾ ਕੰਸਟੀਚੁਐਂਸੀ ਦੇ ਜਿਹੜੇ ਕੰਟੈਸਟੈਂਟ ਨੇ ਜਿਨ੍ਹਾਂ ਦਾ ਨਾਮ ਹੈ ਇੰਸਪੈਕਟਰ ਇੰਦਰਜੀਤ ਸਿੰਘ ਜੀ। ਤਾਂ ਆਓ ਆਪਸੀ ਸਾਂਝ ਵੱਲੋਂ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰੀਏ। ਇੰਸਪੈਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ DGPC ਇਲੈਕਸ਼ਨਾਂ ਦਾ ਦੌਰ ਚੱਲਿਆ ਹੋਇਆ। ਆਉਣ ਵਾਲੇ ਸੋਮਵਾਰ ਨੂੰ ਯਾਨੀ ਕਿ 27 ਜੂਨ ਨੂੰ ਚੋਣਾਂ ਹਨ, ਅਤੇ ਆਪ ਜੀ ਵੀ ਇਹ ਕੰਟੈਸਟ ਜੋ ਹੈ ਇੱਕ ਕਿਸਮ ਲੜ ਰਹੇ ਹੋ। ਵੈਸੇ ਤਾਂ ਸਿੱਖ ਧਰਮ ਦੇ ਵਿੱਚ ਇਲੈਕਸ਼ਨ ਜਿਹੜਾ ਹੈ ਉਹ ਪਾੜ ਪਾਊ ਜਿਹੜਾ ਇੱਕ ਸਿਸਟਮ ਬਣ ਗਿਆ ਹੋਇਆ ਹੈ। ਹੋਣੀ ਤਾਂ ਸਿਲੈਕਸ਼ਨ ਚਾਹੀਦੀ ਸੀ, ਪਰ ਜੇ ਚਲੋ ਇਲੈਕਸ਼ਨ ਦਾ ਦੌਰ ਆ ਹੀ ਗਿਆ ਹੈ, ਤੁਸੀਂ ਵੀ ਇਹਦੇ ਵਿੱਚ ਆ ਗਏ ਹੋ, ਤਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਇੱਕ ਗਵਰਨਮੈਂਟ ਇੰਪਲਾਈ ਹੋ ਕੇ ਤੁਸੀਂ ਆਲਰੇਡੀ ਇੱਕ ਜੌਬ ਕਰ ਰਹੇ ਹੋ, ਫਿਰ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਕਿੱਦਾਂ ਆਇਆ ਕਿ ਤੁਸੀਂ ਕੌਮ ਦੀ ਸੇਵਾ ਦੇ ਲਈ ਇਸ ਤਰ੍ਹਾਂ ਇੰਨਾ ਸਮਾਂ ਕੱਢੋਗੇ? ਮੈਂ ਆਪਸੀ ਸਾਂਝ ਆਪ ਜੀ ਨੂੰ ਔਰ ਆਪ ਜੀ ਦਾ ਧੰਨਵਾਦੀ ਹਾਂ ਕਿ ਆਪ ਜੀ ਨੇ ਸੰਗਤਾਂ ਆਪਣੇ ਮੀਡੀਆ ਰਾਹੀਂ ਸੰਗਤਾਂ ਦੇ ਰੂਬਰੂ ਵੀ ਕਰਾ ਰਹੇ ਹੋ। ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਪੁਲਿਸ ਡਿਪਾਰਟਮੈਂਟ ਦੀ ਸਰਵ ਕਰ ਰਿਹਾ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਡਿਪਾਰਟਮੈਂਟ ਵਿੱਚ ਸਰਵ ਕਰਨ ਵਾਲਾ ਜਿਹੜਾ ਹੈ ਉਹ ਕੌਮ ਦੀ ਸੇਵਾ ਨਹੀਂ ਕਰ ਸਕਦਾ। ਕੌਮ ਦੀ ਸੇਵਾ ਨਾਲ ਨਾਲ ਚੱਲਦੀ ਰਹਿੰਦੀ ਹੈ। ਜੇ ਗੁਰੂ ਨੇ ਬਖਸ਼ਿਸ਼ ਕੀਤੀ ਹੈ, ਤੁਹਾਨੂੰ ਕੋਈ ਨੌਕਰੀ ਜਾਂ ਕੋਈ ਅਹੁਦਾ ਬਖਸ਼ਿਸ਼ ਕੀਤਾ ਹੈ, ਅਤੇ ਗੁਰੂ ਦਾ ਪ੍ਰਚਾਰ ਵੀ ਉਸ ਦਾ ਮਨੋਰਥ, ਉਸ ਦਾ ਮਕਸਦ ਰਹਿੰਦਾ ਹੈ। ਭਾਵੇਂ ਉਹ ਡਿਊਟੀ ਵਿੱਚ ਹੋਏ, ਭਾਵੇਂ ਉਹ ਆਫਿਸ ਵਿੱਚ ਹੋਏ, ਔਰ ਭਾਵੇਂ ਕਿਸੇ ਵੀ ਕੰਮਕਾਰ ਵਿੱਚ ਹੋਵੇ, ਗੁਰਮਤਿ ਦਾ ਪ੍ਰਚਾਰ ਉਹਦਾ ਮਕਸਦ ਹੈ, ਰਹੇਗਾ ਔਰ ਰਹਿਣਾ ਵੀ ਚਾਹੀਦਾ। ਇਹ ਇੱਕ ਹਰ ਇੱਕ ਇੰਪਲੋਇਡ ਆਦਮੀ ਦੀ ਇੱਕ ਹੋਣੀ ਚਾਹੀਦੀ ਹੈ। ਔਰ ਇਹ ਸੇਵਾ ਜਿਹੜੀ ਕੌਮ ਦੀ ਸੇਵਾ ਹੈ, ਇਹ ਇਲੈਕਸ਼ਨਾਂ ਦੇ ਰਾਹੀਂ ਨਹੀਂ, ਇਹ ਕੌਮ ਦੀ ਸੇਵਾ ਤਾਂ ਗਾਏ ਬਗਾਏ ਇੰਡੀਵਿਜੂਅਲ ਆਪਣੀ ਰੂਟੀਨ ਵਰਕ ਵਿੱਚ ਹੀ ਕਰਦਾ ਰਹਿੰਦਾ ਹੈ। ਇੰਡੀਵਿਜੂਅਲ ਦਾ ਆਪਣਾ ਕਰੈਕਟਰ ਔਰ ਇੰਡੀਵਿਜੂਅਲ ਦੀ ਆਪਣੀ ਜਿਹੜੀ ਕਾਰ ਹੈ, ਇੱਕ ਸਿੱਖ ਦੀ ਜਿਹੜੀ ਕਾਰ ਹੈ, ਉਹ ਆਪਣੇ ਆਪ ਵਿੱਚ ਇੱਕ ਪ੍ਰਚਾਰ ਹੈ। ਉਹ ਜਿਵੇਂ ਜਿਵੇਂ ਕੋਈ ਚੀਜ਼ ਕਰਦਾ ਹੈ, ਤਿਵੇਂ ਤਿਵੇਂ ਗੈਰ ਸਿੱਖਾਂ ਵਿੱਚ ਜਾਂ ਸਿੱਖਾਂ ਵਿੱਚ ਇਸ ਚੀਜ਼ ਦਾ ਪ੍ਰਚਲਨ ਆਲਰੇਡੀ ਹੋ ਜਾਂਦਾ ਹੈ ਕਿ ਨਹੀਂ, ਇਹ ਕਿਸ ਧਰਮ ਨਾਲ ਬਿਲੋਂਗ ਕਰਦਾ ਹੈ, ਔਰ ਉਸ ਦਾ ਕਰੈਕਟਰ ਹੀ ਛਲਕ ਕੇ ਉਸ ਦਾ ਪ੍ਰਚਾਰ ਦਾ ਰੂਪ ਲੈ ਲੈਂਦਾ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕਥਾ ਕੀਰਤਨ ਜ਼ਰੂਰੀ ਨੇ, ਪਰ ਇੱਕ ਸਿੱਖ ਜਦੋਂ ਇੰਪਲੋਇਡ ਰਹਿ ਕੇ ਕੰਮਕਾਰ ਕਰਕੇ ਆਪਣੇ ਕਰੈਕਟਰ ਦੀ ਝਲਕ ਜਦੋਂ ਸੁਸਾਇਟੀ ਵਿੱਚ ਦਿੰਦਾ ਹੈ, ਇਹ ਆਪਣੇ ਆਪ ਵਿੱਚ ਇੱਕ ਪ੍ਰਚਾਰ ਹੈ। ਬਹੁਤ ਵਧੀਆ। ਤੋ ਜਿਸ ਤਰ੍ਹਾਂ ਕਿ ਹੁਣ ਤੁਸੀਂ ਇਲੈਕਸ਼ਨਾਂ ਦਾ ਬਿਗਲ ਫੂਕ ਚੁੱਕਿਆ ਹੈ
ਤੇ ਤੁਸੀਂ ਵੀ ਪ੍ਰਚਾਰ ਬਹੁਤ ਸਾਰਾ ਆਪਣੀ ਤਰਫੋਂ ਕਰ ਰਹੇ ਹੋ। ਵੈਸੇ ਤਾਂ ਇਲੈਕਸ਼ਨ ਹੋਣੇ ਨਹੀਂ ਸੀ ਚਾਹੀਦੇ। ਤੋ ਮੇਰਾ ਜੋ ਪਹਿਲਾ ਸਵਾਲ ਹੈ ਤੁਹਾਨੂੰ, ਜੋ ਸੰਗਤ ਦੇ ਵੱਲੋਂ ਸਿੱਧੇ ਸਵਾਲ ਲੈ ਕੇ ਅਸੀਂ ਤੁਹਾਡੇ ਸਾਹਮਣੇ ਸਨਮੁਖ ਹੋਏ ਹਾਂ, ਉਹ ਵੀ ਪਾਵਨ ਪਵਿੱਤਰ ਹਜ਼ੂਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇ ਵਿੱਚ। ਤੋ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਬਖੂਬੀ ਦਿਓਗੇ ਔਰ ਸੰਗਤ ਨੂੰ ਇਹ ਆਸ ਬੁਝਾਓਗੇ ਕਿ ਤੁਸੀਂ ਇਹਨਾਂ 'ਤੇ ਪੂਰੇ ਉਤਰੋਗੇ। ਤਾਂ ਪਹਿਲਾ ਸਵਾਲ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਿੱਖ ਰਹਿਤ ਮਰਿਆਦਾ, ਵੈਸੇ ਤਾਂ ਰਹਿਤ ਮਰਿਆਦਾ ਗੁਰੂ ਗ੍ਰੰਥ ਸਾਹਿਬ ਜੀ ਹਨ। ਤਾਂ ਜੋ ਸਿੱਖ ਰਹਿਤ ਮਰਿਆਦਾ ਹੈ, ਰਹਿਤ ਮਰਿਆਦਾ ਪੰਥ ਵੱਲੋਂ ਪ੍ਰਵਾਨਿਤ ਅਕਾਲ ਤਖਤ ਵੱਲੋਂ ਲਾਗੂ ਕੀਤੀ ਗਈ, ਜੋ 1945 ਦੇ ਵਿੱਚ ਲਾਗੂ ਹੋਈ ਸੀ। ਉਹਨੂੰ ਆਪਣੇ ਇਲਾਕੇ, ਆਪਣੇ ਹਲਕੇ ਦੇ ਖਾਸ ਕਰਕੇ, ਚਲੋ ਬਾਅਦ ਵਿੱਚ ਅਸੀਂ ਬਾਹਰ ਦਾ ਵੀ ਗੱਲ ਕਰਾਂਗੇ, ਜੇ ਤੁਸੀਂ ਚੁਣ ਕੇ ਆਉਂਦੇ ਹੋ ਤਾਂ ਆਪਣੇ ਹਲਕੇ ਦੇ ਵਿੱਚ ਕਾਫੀ ਗੁਰਦੁਆਰਾ ਸਾਹਿਬ ਐਸੇ ਨੇ ਜਿਨ੍ਹਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਪੂਰਨ ਤੌਰ 'ਤੇ ਲਾਗੂ ਨਹੀਂ ਹੈ। ਉਹਦੇ ਵਿੱਚ ਤੁਸੀਂ ਲਾਗੂ ਕਰਵਾਉਣ ਲਈ ਕੋਈ ਕਦਮ ਚੱਕੋਗੇ? ਤੁਸੀਂ ਵੀਰ ਜੀ ਪਹਿਲਾਂ ਗੱਲ ਕੀਤੀ ਹੈ ਕਿ ਗੁਰੂ ਦੀ ਹਜ਼ੂਰੀ ਆਪਾਂ ਬੈਠੇ ਹਾਂ, ਕਿਉਂਕਿ ਗੁਰੂ ਸਰਵ ਵਿਆਪਕ ਹੈ। ਘਟ ਘਟ ਮੇ ਹਰ ਜੂ ਵਸੈ, ਹਰ ਕਣ ਕਣ ਵਿੱਚ ਗੁਰੂ ਹੈ। ਭਾਵੇਂ ਉਹ ਕਾਰ ਕਰ ਰਹੇ ਹੋ, ਭਾਵੇਂ ਗਰਾਊਂਡ ਵਿੱਚ ਹੋ, ਭਾਵੇਂ ਸੜਕ ਵਿੱਚ ਹੋ, ਗੁਰੂ ਆਪ ਤੁਹਾਡੇ ਨਾਲ ਤੁਰਦਾ ਹੈ। ਗੁਰੂ ਦੀ ਹਜ਼ੂਰੀ, ਜੇ ਗੁਰੂ ਦਾ ਡਰ ਹੈ ਤਾਂ ਫਿਰ ਗੁਰੂ ਦੀ ਹਜ਼ੂਰੀ ਸਭ ਜਗ੍ਹਾ ਹੈ। ਜੇ ਗੁਰੂ ਦਾ ਡਰ ਨਹੀਂ ਹੈ ਤਾਂ ਗੁਰੂ ਦੀ ਹਜ਼ੂਰੀ ਵਿੱਚ ਵੀ ਡਰ ਨਹੀਂ ਹੈ। ਮੈਂ ਉਹਨਾਂ ਮਾਈ ਭਾਈ ਨੂੰ ਵੀ ਇਹ ਗੱਲ ਦੱਸਣਾ ਚਾਹੁੰਦਾ ਕਿ ਜੇ ਮਨ ਵਿੱਚ ਨੀਅਤ ਸਾਫ਼ ਹੈ ਤਾਂ ਫਿਰ ਕਿਤੇ ਵੀ ਮੁਖਾਰਬਿਨ ਤੋਂ ਕੋਈ ਗੱਲ ਨਿਕਲੇਗੀ, ਉਹ ਗੁਰੂ ਦੀ ਗੱਲ ਨਿਕਲੇਗੀ। ਜ਼ਰੂਰੀ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਤੁਹਾਨੂੰ ਸੱਚ ਬੋਲਿਆ ਜਾਏ। ਮੈਂ ਇਸ ਗੱਲ ਨੂੰ ਮੈਂ ਇਤਨਾ ਜ਼ਿਆਦਾ ਨਹੀਂ ਕਰ ਸਕਦਾ, ਕਿਉਂਕਿ ਜਦੋਂ ਗੁਰੂ ਦਾ ਡਰ ਹੈ ਤਾਂ ਫਿਰ ਘਟ ਘਟ ਮੇ ਹਰ ਜੂ ਵਸੈ, ਹਰ ਜਗ੍ਹਾ ਗੁਰੂ ਹੈ। ਰਹੀ ਗੱਲ ਰਹਿਤ ਮਰਿਆਦਾ ਦੀ, ਵੀਰ ਜੀ ਤੁਸੀਂ ਗੱਲ ਬਹੁਤ ਵਧੀਆ ਕੀਤੀ ਹੈ, ਬਹੁਤ ਅੱਛੀ ਗੱਲ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡੀ ਰਹਿਤ ਮਰਿਆਦਾ ਕਿਧਰੇ ਵੀ ਨਹੀਂ ਹੈ। ਰਹਿਤ ਮਰਿਆਦਾ ਬਣਾਉਣ ਵਿੱਚ ਆਪਾਂ ਗਲਤੀ ਜ਼ਰੂਰ ਕਰ ਸਕਦੇ ਹਾਂ, ਗਲਤੀਆਂ ਹੋਈਆਂ ਵੀ ਹੋਣਗੀਆਂ, ਤਰਮੀਮ ਵੀ ਹੋ ਸਕਦੀ ਹੈ, ਐਡੀਸ਼ਨ ਆਲਟਰੇਸ਼ਨ ਵੀ ਹੋ ਸਕਦੀ ਹੈ, ਪਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ, ਉਹ ਰਹਿਤ ਮਰਿਆਦਾ, ਉਹ ਵੇ ਆਫ ਲਾਈਫ ਇੱਕ ਵਾਰੀ ਬਣ ਗਈ ਹੈ ਔਰ ਉਸ ਵਿੱਚ ਕੋਈ ਤਰੁੱਟੀ ਨਹੀਂ, ਉਸੀ ਕੋਈ ਐਰਰ ਨਹੀਂ ਹੈ। ਮੈਂ ਸੰਗਤ ਨੂੰ ਸਿਰਫ ਇੱਕੋ ਗੱਲ ਬੇਨਤੀ ਕਰਾਂਗਾ ਉਹਦੇ ਚਰਨਾਂ ਵਿੱਚ ਕਿ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਉਸ ਦੀ ਜਿਹੜੀ ਰਹਿਤ ਹੈ, ਉਸ ਦੇ ਜਿਹੜੇ ਪ੍ਰਿੰਸੀਪਲ ਨੂੰ ਇੱਕ ਕ੍ਰਾਈਟੀਰੀਆ ਬਣਾ ਕੇ ਤੁਸੀਂ ਕਿਸੇ ਵੀ ਚੀਜ਼ ਨੂੰ ਸਿਲੈਕਟ ਜਾਂ ਨੈਗਲੈਕਟ ਕਰ ਸਕਦੇ ਹੋ। ਜਦੋਂ ਗੁਰੂ ਦੀ ਬਾਣੀ ਤੁਹਾਡੇ ਹਿਰਦੇ ਵਿੱਚ ਪ੍ਰਵੇਸ਼ ਕਰ ਜਾਏਗੀ, ਤੁਹਾਡੇ ਅੰਦਰ ਵਿਵੇਕ ਆ ਜਾਏਗਾ ਕੀ ਸੱਚ ਹੈ ਕੀ ਗਲਤ ਹੈ। ਹੋ ਸਕਦਾ ਹੈ ਕਿ ਮੇਰੇ ਵਰਗੇ ਬੜੇ ਅੱਛੇ ਜਿਹੜੇ ਚਿੱਟੇ ਵਸਤਰ ਪਾ ਕੇ, ਬੜੇ ਹੀ ਮਾਲਾਵਾਂ ਪਾ ਕੇ ਤੁਹਾਨੂੰ ਕਹਿਣਗੇ ਜੀ ਇਹ ਗੱਲ ਕਰਨੀ ਹੈ, ਪਰ ਜਦੋਂ ਸੰਗਤ ਸੁਚੇਤ ਹੋਵੇ, ਗੁਰੂ ਦੀ ਬਾਣੀ ਹਿਰਦੇ ਵਿੱਚ ਹੋਵੇ, ਤਾਂ ਫਿਰ ਉਹ ਜਿਹੜੀ ਇੱਕ ਪਰਸਨੈਲਿਟੀ ਹੈ ਉਹ ਪ੍ਰਭਾਵ ਨਹੀਂ ਪਾਉਂਦੀ, ਕਿਉਂਕਿ ਉਸ ਦਾ ਪ੍ਰਭਾਵ ਆਲਰੇਡੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਤਾਂ ਉਸ ਦਾ ਹੋਇਆ ਹੁੰਦਾ ਹੈ। ਇਸ ਕਰਕੇ ਰਹਿਤ ਮਰਿਆਦਾ ਜਿਹੜੀ ਹੈ ਗੁਰੂ ਘਰ ਵਿੱਚ ਲਾਗੂ ਕਰਵਾਉਣੀ, ਗੁਰਮਤਿ ਦਾ ਪ੍ਰਕਾਸ਼ ਜਦੋਂ ਹਰ ਗੁਰੂ ਘਰ ਵਿੱਚ ਹੋਰ ਹਰ ਸੰਗਤ ਦੇ ਹਿਰਦੇ ਵਿੱਚ ਆ ਜਾਏਗਾ, ਤੇ ਗੁਰਮਤਿ ਦੇ ਅਧੀਨ ਜਿਹੜੀ ਰਹਿਤ ਹੈ, ਵੇ ਆਫ ਲਾਈਫ ਹੈ, ਉਹ ਆਪਣੇ ਆਪ ਡਿਸਿਪਲਿਨਡ ਹੋ ਜਾਏਗੀ। ਹਰ ਗੁਰਦੁਆਰੇ ਵਿੱਚ ਇੱਕ ਡਿਸਿਪਲਿਨ ਹੋਣਾ ਬੜਾ ਜ਼ਰੂਰੀ ਹੈ। ਉਸ ਡਿਸਿਪਲਿਨ ਨੂੰ ਮੇਨਟੇਨ ਕਰਨ ਵਾਸਤੇ ਇੱਕ ਤਰ੍ਹਾਂ ਦੀ ਸੰਗਤ ਸੁਚੇਤ ਹੋਣੀ ਬੜੀ ਜ਼ਰੂਰੀ ਹੈ, ਕਿਉਂਕਿ ਸੰਗਤ ਵਿੱਚ ਕਈ ਵਾਰੀ ਇਹ ਪੰਬਲ ਪੋਸਾ ਵੀ ਹੈ ਕਿ ਇਹ ਚੀਜ਼ ਠੀਕ ਹੈ, ਇਹ ਨਹੀਂ ਹੈ। ਸੰਗਤ ਨੂੰ ਸੁਚੇਤ ਕਰਨਾ ਔਰ ਸੰਗਤ ਦੇ ਰਾਹੀਂ ਉਹ ਡਿਸਿਪਲਿਨ ਕਾਇਮ ਕਰਨਾ, ਇਹ ਹਰ ਗੁਰਸਿੱਖ ਦਾ, ਹਰ ਇੱਕ ਪ੍ਰਚਾਰਕ ਦਾ ਇੱਕ ਕਰਤੱਵ ਵੀ ਬਣਦਾ ਹੈ, ਡਿਊਟੀ ਵੀ ਬਣਦੀ ਹੈ। ਔਰ ਅਗਾਂਹ ਜੇ ਇਹ ਸੇਵਾ ਬਖਸ਼ੀ ਤਾਂ ਇਹ ਚੀਜ਼ ਗੁਰੂ ਦੀ ਬਖਸ਼ਿਸ਼ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ ਇਹ ਚੀਜ਼ ਲਾਗੂ ਕਰਨ ਦੀ ਕੋਸ਼ਿਸ਼ ਗੁਰੂ ਆਪ ਕਰਵਾਏਗਾ ਸਾਡੇ ਤੋਂ। ਬਹੁਤ ਵਧੀਆ ਜੀ। ਤੇ ਇਹਦੇ ਨਾਲ ਹੀ ਇੱਕ ਢੁਕਦਾ ਸਵਾਲ ਹੈ, ਜਿਵੇਂ ਕਿ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜੋ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਹੁੰਦੀਆਂ ਹਨ, ਚਾਹੇ ਉਹ ਲੋਕਲ ਗੁਰਦੁਆਰਾ ਸਾਹਿਬ ਹੋਏ, ਚਾਹੇ ਡਿਸਟ੍ਰਿਕਟ ਹੋਵੇ, ਚਾਹੇ ਇਸ ਤੋਂ ਵੀ ਵੱਡੇ ਗੁਰਦੁਆਰਾ ਸਾਹਿਬ ਕੋਈ ਹੋਣ, ਉਹਨਾਂ ਦੇ ਵਿੱਚ ਮੌਜੂਦਾ ਜਿਹੜੇ ਇਸ ਵੇਲੇ ਵੀ ਅਗਰ ਤੁਸੀਂ ਝਾਤ ਮਾਰੋ ਤੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਐਸੇ ਨੇ, ਗੁਰੂ ਘਰ ਐਸੇ ਨੇ ਜਿੱਥੇ ਦੀਆਂ ਪ੍ਰਬੰਧਕ ਕਮੇਟੀਆਂ ਦੇ ਵਿੱਚ ਬੇਅਮਰਤੀਏ, ਤਨਖਾਹੀਏ, ਈਵਨ ਇੱਥੇ ਤੱਕ ਕਿ ਪਤਿਤ ਬੰਦੇ ਵੀ ਜਿਹੜੇ ਹਨ ਉਹ ਕਮੇਟੀ ਦੇ ਅਹੁਦਿਆਂ 'ਤੇ ਬੈਠੇ ਹਨ। ਤਾਂ ਆਪ ਜੀ ਦਾ ਕੀ ਰੋਲ ਰਹੇਗਾ? ਕਿਸ ਤਰ੍ਹਾਂ ਤੁਸੀਂ ਇਹ ਇੱਕ ਐਸਾ ਸਿਸਟਮ ਤਿਆਰ ਕਰੋਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੋ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇ, ਉਹਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਾਟ ਜਿਹੜੀ ਹੈ ਉਹਨੂੰ ਖਤਮ ਕੀਤਾ ਜਾਵੇ ਤੇ ਉਹ ਪੂਰਾ ਕਰਕੇ ਤੇ ਅੱਛੇ ਔਰ ਗੁਰਸਿੱਖ ਬੰਦਿਆਂ ਨੂੰ ਉੱਥੇ ਲਿਆਂਦਾ ਜਾਵੇ? ਜੇ ਸੰਗਤ ਅਸੀਸਾਂ ਦਿੰਦੀਆਂ ਨੇ, ਜੇ ਗੁਰੂ ਬਖਸ਼ਿਸ਼ ਕਰਦਾ ਹੈ ਔਰ ਜੇ ਸੰਗਤ ਸੇਵਾ ਕਰਨ ਦਾ ਮੌਕਾ ਬਖਸ਼ਦੀ ਹੈ, ਤੇ ਸਭ ਤੋਂ ਪਹਿਲਾਂ ਕੁਝ ਐਸੀ ਚੀਜ਼ਾਂ ਜਿਹੜੀਆਂ ਨੇ, ਜਿਹੜੀਆਂ ਮੁੱਖ ਤੌਰ 'ਤੇ ਆਪਾਂ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ, ਕਿਉਂਕਿ ਜਦੋਂ ਨੀਅਤ ਖੋਟੀ ਹੋਵੇ ਤਾਂ ਫਿਰ ਉਹ ਚੀਜ਼ਾਂ ਵੀ ਸਾਹਮਣੇ ਨਹੀਂ ਲਿਆਈ ਜਾਂਦੀਆਂ ਜਿਹੜੀਆਂ ਗੁਰੂ ਦੇ ਪ੍ਰਕਾਸ਼ ਵਿੱਚ ਹੋਣ। ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਵੀਰ ਜੀ ਕਹਿ ਰਹੇ ਹੋ ਤੁਸੀਂ, ਇਹੀ ਕਾਰਨ ਹੈ,
ਇਹੀ ਇੱਕ ਕਾਰਨ ਹੈ ਕਿ ਜਿਸ ਦੇ ਤਹਿਤ ਗੁਰਦੁਆਰਿਆਂ ਵਿੱਚ ਮਨਮਤੀਆਂ ਦਾ ਔਰ ਪਾਖੰਡ ਦਾ ਔਰ ਕਰਮ ਦਾ ਬੋਲਬਾਲਾ ਹੈ। ਕਿਉਂਕਿ ਜਿਸ ਗੁਰੂ ਘਰ ਵਿੱਚ ਮੁੱਖ ਸੇਵਾਦਾਰ ਆਪ ਪਤਿਤ ਹੋਏਗਾ, ਜਿਸ ਗੁਰੂ ਘਰ ਵਿੱਚ ਮੁੱਖ ਸੇਵਾਦਾਰ, ਮੈਂ ਪ੍ਰਧਾਨ ਦੀ ਗੱਲ ਤਾਂ ਕਰਦਾ ਨਹੀਂ ਕਿਉਂਕਿ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਉਸ ਤੋਂ ਇਲਾਵਾ ਕੋਈ ਨਹੀਂ ਹੈ, ਕਿਉਂਕਿ ਪ੍ਰਧਾਨੀਆਂ ਦੀ ਲੜਾਈਆਂ ਵਿੱਚ ਉਹ ਭੁੱਲ ਹੀ ਗਏ ਨੇ ਕਿ ਗੁਰੂ ਵੀ ਕੋਈ ਹੈ, ਗੁਰੂ ਦੀ ਇੱਕ ਐਗਜ਼ਿਸਟੈਂਸ, ਗੁਰੂ ਦਾ ਅਸਤਿਤਵ ਵੀ ਹੈ ਔਰ ਗੁਰੂ ਸਭ ਜਗ੍ਹਾ ਪ੍ਰੀਵੇਲ ਕਰ ਰਿਹਾ ਹੈ, ਇਹ ਭੁੱਲ ਗਏ ਨੇ। ਪਰ ਅਗਰ ਉਸ ਗੁਰੂ ਘਰ ਵਿੱਚ ਜੇ ਮਨਮਤੀ ਦਾ ਕਬਜ਼ਾ ਹੋਏਗਾ ਤੇ ਗੁਰਮਤਿ ਦਾ ਪ੍ਰਕਾਸ਼ ਕਦੇ ਨਹੀਂ ਹੋ ਪਾਏਗਾ। ਗੁਰਮਤਿ ਦਾ ਪ੍ਰਕਾਸ਼ ਸੰਗਤ ਦੇ ਸੁਚੇਤ ਹੋਣ ਦੇ ਕਾਰਨ ਹੈ ਔਰ ਸੰਗਤ ਸੁਚੇਤ ਹੋਵੇਗੀ ਜਦੋਂ ਗੁਰੂ ਘਰ ਦੇ ਕੁੱਕਰ ਕੂਕਣਗੇ, ਭੌਂਕਣਗੇ ਔਰ ਗੁਰੂ ਦੀ ਗੱਲ ਸੰਗਤ ਵਿੱਚ ਦੱਸਣਗੇ ਕਿ ਸੱਚ ਕੀ ਔਰ ਝੂਠ ਕੀ ਹੈ ਔਰ ਗੁਰੂ ਕਹਿੰਦਾ ਕੀ ਪਿਆ। ਔਰ ਗੁਰੂ ਦੇ ਕਹਿਣ ਤੇ ਜਦੋਂ ਸੰਗਤ ਪਤਾ ਚੱਲ ਜਾਏ ਕਿ ਗੁਰੂ ਸੱਚ ਤੌਰ ਤੇ ਸਪਸ਼ਟ ਤੌਰ ਤੇ ਕੀ ਕਹਿ ਰਿਹਾ ਤੇ ਆਪਣੇ ਆਪ ਮਨਮਤੀਆਂ ਨੂੰ ਕਹਿਣ ਤੋਂ ਗੁਰੇਜ਼ ਨਹੀਂ ਕਰਨਗੇ ਕਿ ਭਾਈ ਆਪ ਪਤਿਤ ਹੋ ਤੇ ਤੁਸੀਂ ਕਿਵੇਂ ਗੁਰੂ ਘਰ ਦਾ ਉਹ ਚਲਾ ਰਹੇ ਹੋ, ਗੁਰੂ ਘਰ ਦਾ ਪ੍ਰਬੰਧ ਕਿਵੇਂ ਚਲਾ ਰਹੇ ਹੋ। ਤੇ ਇਹ ਇੱਕ ਬੇਸਿਕ ਕਾਰਨ ਹੈ ਕਿ ਸਾਨੂੰ ਸੰਗਤ ਨੂੰ ਸੁਚੇਤ ਕਰਨਾ ਬੜਾ ਜ਼ਰੂਰੀ ਹੈ। ਇਹ ਇੱਕ ਜੜ ਹੈ, ਇਹ ਇੱਕ ਮੁੱਦਾ ਹੈ, ਸੰਗਤ ਨੂੰ ਸੁਚੇਤ ਕਰਨਾ। ਸੰਗਤ ਆਪਣੇ ਆਪ ਵਿੱਚ ਕੋਈ ਰੂਪ ਨਹੀਂ ਹੈ, ਸੰਗਤ ਨੂੰ ਸੁਚੇਤ ਕਰਨ ਵਾਸਤੇ ਇੱਕ ਅਗਵਾਈ ਦੀ ਲੋੜ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਡਰ ਵਿੱਚ ਚੱਲੇ, ਉਹ ਜ਼ਰੂਰੀ ਹੈ ਉਸਦੇ। ਬਹੁਤ ਵਧੀਆ, ਬਹੁਤ ਗੁਰੂ ਘਰ ਦੇ ਨਾਲ ਹੀ ਜੁੜਦਾ ਇੱਕ ਹੋਰ ਸਵਾਲ ਜੋ ਇੱਕ ਬਹੁਤ ਭਖਦਾ ਮਸਲਾ ਹੈ, ਕੌਮ ਦਾ ਬਹੁਤ ਵੱਡਾ ਇੱਕ ਮਸਲਾ ਹੈ ਕਿ ਗੁਰੂ ਘਰ ਦੇ ਕੀਰਤਨੀਏ, ਗੁਰੂ ਘਰ ਦੇ ਗ੍ਰੰਥੀ ਸਿੰਘ, ਸੇਵਾਦਾਰ, ਇਸ ਤਰ੍ਹਾਂ ਦੇ ਛੋਟੇ ਛੋਟੇ ਅਹੁਦਿਆਂ 'ਤੇ ਅਸੀਂ ਇਹਨਾਂ ਨੂੰ ਛੋਟਾ ਹੀ ਕਹਿ ਰਹੇ ਹਾਂ ਕਿਉਂਕਿ ਇਹਨਾਂ ਨੂੰ ਛੋਟਾ ਬਣਾ ਕੇ ਰੱਖ ਦਿੱਤਾ ਗਿਆ ਹੈ, ਜਦਕਿ ਗੁਰੂ ਘਰ ਦੇ ਵਜ਼ੀਰ ਦਾ ਅਹੁਦਾ ਸਭ ਤੋਂ ਵੱਡਾ ਅਹੁਦਾ ਗਿਣਿਆ ਜਾਂਦਾ ਹੈ। ਪਰ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਅੱਜ ਕੱਲ੍ਹ ਦੇ, ਜਿਵੇਂ ਕਿ ਤੁਸੀਂ ਇੱਕ ਇੰਸਪੈਕਟਰ ਹੋ, ਗਵਰਨਮੈਂਟ ਇੰਪਲਾਈ ਹੋ, ਤੁਹਾਨੂੰ ਪਤਾ ਹੈ ਕਿ ਤੁਹਾਡਾ ਘਰ-ਬਾਰ ਜਿਹੜਾ ਹੈ ਉਹ ਆਰਾਮ ਦੇ ਨਾਲ ਚੱਲ ਸਕਦਾ ਹੈ। ਮਗਰ ਇੱਕ ਗੁਰੂ ਘਰ ਦਾ ਜਿਹੜਾ ਕੀਰਤਨੀਆ ਹੈ, ਗੁਰੂ ਘਰ ਦਾ ਜਿਹੜਾ ਸੇਵਕ ਹੈ, ਜਿਵੇਂ ਕਿ ਅਸੀਂ ਗੁਰੂ ਘਰ ਦੇ ਕੀਰਤਨੀਆਂ ਨੂੰ ਲੈ ਲਈਏ, ਉਹ 3 ਬੰਦੇ ਹੁੰਦੇ ਹਨ ਅਤੇ ਅਸੀਂ ਉਹਨਾਂ ਦੀ ਤਨਖਾਹ ਜ਼ਿਆਦਾ ਤੋਂ ਜ਼ਿਆਦਾ 10,000 ਜਾਂ 12,000 ਰੱਖੀ ਹੁੰਦੀ ਹੈ। ਹੁਣ ਤੁਸੀਂ ਸਮਝ ਸਕਦੇ ਹੋ ਮੇਰੇ ਸਵਾਲ ਨੂੰ ਕਿ ਮੈਂ ਕੀ ਪੁੱਛਣਾ ਚਾਹੁੰਦਾ ਕਿ ਇਹਨਾਂ ਦੀ ਆਮਦਨ ਨੂੰ ਵਧਾਉਣ ਲਈ, ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਦੇ ਲਈ, ਜਾਂ ਇਹਨਾਂ ਦੀ ਜਿਵੇਂ ਕਿ ਕੋਈ ਹੈਲਥ ਪੋਲਿਸੀਜ਼ ਵਗੈਰਾ ਜਾਂ ਕੁਛ ਇਸ ਤਰ੍ਹਾਂ ਦਾ ਕੁਛ ਤੁਸੀਂ ਕੋਈ ਪ੍ਰਬੰਧ ਅੱਗੇ ਆਉਣ ਵਾਲੇ ਸਮੇਂ 'ਚ ਸੋਚਿਆ ਤੁਸੀਂ? ਖਾਲਸਾ ਜੀ, ਇੱਕ ਪ੍ਰਬੰਧਕ ਵਣਜ ਕਰਦਾ ਹੈ ਗੁਰਮਤਿ ਦਾ, ਇੱਕ ਪ੍ਰਬੰਧਕ ਵਣਜ ਕਰਦਾ ਹੈ ਵਪਾਰੀ ਹੋਣ ਦਾ। ਇੱਕ ਗੁਰੂ ਘਰ ਵਿੱਚ ਜਿਹੜਾ ਵਪਾਰੀ ਹੈ, ਜਿਸ ਨੇ ਵਪਾਰ ਕਰਨ ਲਈ ਗੁਰੂ ਘਰ 'ਤੇ ਕਬਜ਼ਾ ਕੀਤਾ ਵਾ, ਉਹ ਕਦੇ ਵੀ ਕੀਰਤਨੀ ਸਿੰਘਾਂ ਵਾਸਤੇ ਔਰ ਗੁਰੂ ਦੇ ਗ੍ਰੰਥੀਆਂ ਵਾਸਤੇ ਕੋਈ ਗੱਲ ਨਹੀਂ ਸੋਚੇਗਾ, ਕਿਉਂਕਿ ਵਪਾਰ ਉਸਨੇ ਕਰਨਾ ਹੈ ਗੁਰੂ ਘਰ ਦੀ ਸਿੱਖਿਆ ਨੂੰ, ਗੁਰੂ ਘਰ ਦੀ ਮਰਿਆਦਾ ਨੂੰ ਵੇਚਣਾ ਹੈ, ਗੁਰੂ ਘਰ ਦੇ ਪ੍ਰਿੰਸੀਪਲ ਅਸੂਲਾਂ ਨੂੰ ਵੇਚਣਾ। ਉਸਨੇ ਉਹ ਵੇਚਣ ਲਈ ਤਿਆਰ ਹੈ, ਉਸਨੇ ਗੁਰੂ ਘਰ ਦੀ ਉਸਾਰੀ ਲਈ ਕੋਈ ਕੰਮ ਨਹੀਂ ਕਰਨਾ। ਇਹ ਪੱਕੀ ਗੱਲ ਹੈ। ਪਹਿਲਾ ਜਿਹੜਾ ਸਵਾਲ ਜਿਹੜਾ ਤੁਸੀਂ ਕੀਤਾ ਸੀ ਕਿ ਮਨਮਤੀਆਂ ਦਾ ਜ਼ੋਰ ਹੈ ਤੇ ਮਨਮਤੀਆਂ ਨੇ ਮਨਮਤ ਕਰਨੀ ਹੈ, ਉਹਨਾਂ ਨੇ ਗੁਰੂ ਦੇ ਘਰ ਦੇ ਬਾਰੇ ਨਹੀਂ ਸੋਚਣਾ, ਉਹਨਾਂ ਨੇ ਗੁਰੂ ਘਰ ਦੀ ਤਾਮੀਰ ਨਹੀਂ ਕਰਨੀ ਹੈ, ਕੰਸਟਰਕਸ਼ਨ ਨਹੀਂ ਕਰਨੀ ਹੈ, ਗੁਰੂ ਘਰ ਦੇ ਅਸੂਲਾਂ ਨੂੰ ਬਾਹਰ ਨਹੀਂ ਪਹੁੰਚਾਉਣਾ। ਇਹ ਪੱਕੀ ਗੱਲ ਹੈ। ਪਹਿਲੀ ਗੱਲ ਇਹ ਹੈ ਕਿ ਗੁਰੂ ਘਰ ਦੇ ਕੀਰਤਨੀ ਜਿਹੜੇ ਹਨ, ਗੁਰੂ ਘਰ ਦੇ ਜਿਹੜੇ ਗ੍ਰੰਥੀ ਸਿੰਘ ਨੇ, ਉਹਨਾਂ ਦੀ ਸਾਰ ਲੈਣੀ, ਮੈਂ ਪਹਿਲੇ ਵੀ ਵੀਡੀਓ ਵਿੱਚ ਅਰਜ਼ ਕਰ ਚੁੱਕਿਆ, ਬੇਨਤੀਆਂ ਕਰ ਚੁੱਕਿਆ ਕਿ ਉਹਨਾਂ ਦੀ ਸਾਰ ਲੈਣੀ ਬਹੁਤ ਜ਼ਰੂਰੀ ਹੈ। ਸਾਰ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਉਹਨੂੰ ਦੇਖਣਾ, ਸਾਰ ਲੈਣ ਦਾ ਮਤਲਬ ਹੈ ਕਿ ਉਹਨਾਂ ਦੀ ਅੰਡਰਟੇਕਿੰਗ ਜਿਹੜੀ ਹੈ ਜੀ ਬਿਲਕੁਲ ਉਹ ਸਿੱਖ ਕੌਮ ਲਵੇ। ਸਿੱਖ ਕੌਮ ਨੂੰ ਉਹਨਾਂ ਦੀ ਅੰਡਰਟੇਕਿੰਗ ਲੈਣ ਵਾਸਤੇ ਸੰਗਤ ਨੂੰ ਸੁਚੇਤ ਕਰਨਾ ਪੈਣਾ ਹੈ ਕਿ ਸੰਗਤ ਜੀ, ਗੁਰੂ ਘਰ ਵਿੱਚ ਮਾਰਬਲਾਂ ਦੀ ਲੋੜ ਨਹੀਂ, ਗੁਰੂ ਘਰ ਵਿੱਚ ਡਿਊਰੇਟ ਦੀ ਲੋੜ ਨਹੀਂ, ਗੁਰੂ ਘਰ ਵਿੱਚ ਝੂਮਰਾਂ ਦੀ ਲੋੜ ਨਹੀਂ, ਗੁਰੂ ਘਰ ਵਿੱਚ ਵੱਡੀ ਵੱਡੀ ਲਾਈਟਾਂ ਦੀ ਜ਼ਰੂਰਤ ਨਹੀਂ ਹੈ। ਗੁਰੂ ਆਪਣੇ ਆਪ ਵਿੱਚ ਇੱਕ ਵੱਡਾ ਪ੍ਰਕਾਸ਼ ਹੈ। ਗੁਰੂ ਨੂੰ ਪ੍ਰਕਾਸ਼ ਦੀ ਕਿਤੇ ਲੋੜ ਨਹੀਂ ਹੈ, ਬਸ ਇਸ ਪ੍ਰਕਾਸ਼ ਨੂੰ ਹਰ ਹਿਰਦੇ ਵਿੱਚ ਪਹੁੰਚਾਉਣ ਦੀ ਜ਼ਰੂਰਤ ਹੈ। ਪਰ ਪਹੁੰਚੇਗਾ ਤਦੋਂ ਜਦੋਂ ਗੁਰਦੁਆਰੇ ਦਾ ਪ੍ਰਬੰਧ ਕਿਸੇ ਗੁਰਸਿੱਖ ਕੋਲ ਹੋਵੇਗਾ। ਜੇ ਗੁਰਦੁਆਰੇ ਦਾ ਪ੍ਰਬੰਧ ਕਿਸੇ ਗੁਰਸਿੱਖ ਕੋਲ ਨਹੀਂ ਹੈ ਤੇ ਫਿਰ ਤੁਸੀਂ ਇਹ ਗੱਲ ਛੋੜ ਦਿਓ ਕਿ ਉਸ ਗੁਰਦੁਆਰੇ ਵਿੱਚ ਗੁਰੂ ਦਾ ਪ੍ਰਬੰਧ ਔਰ ਗੁਰਮਤਿ ਦਾ ਪ੍ਰਕਾਸ਼ ਹੋ ਸਕੇਗਾ, ਨਹੀਂ ਹੋ ਸਕੇਗਾ। ਸਾਧ ਸੰਗਤ, ਜੇ ਗੁਰੂ ਘਰ ਵਾਸਤੇ ਪ੍ਰੇਮ ਹੈ, ਜੇ ਖਾਲਸਾ ਜੀ ਗੁਰੂ ਘਰ ਵਾਸਤੇ ਤੜਪ ਹੈ, ਤਾਂ ਸਭ ਤੋਂ ਪਹਿਲੇ ਗੁਰੂ ਘਰ ਦਾ ਜਿਹੜਾ ਪ੍ਰਬੰਧ ਲੈ ਰਹੇ ਨੇ, ਉਹਨਾਂ ਨੂੰ ਜਿਹੜੇ ਮਨਮਤੀਆਂ ਨੇ ਉਹਨਾਂ ਨੂੰ ਬਦਲਣਾ ਪੈਣਾ ਹੈ, ਗੁਰਸਿੱਖਾਂ ਨੂੰ ਲਿਆਉਣਾ ਪੈਣਾ ਹੈ। ਗੁਰਸਿੱਖ ਦੀ ਔਰ ਮਨਮਤ ਦੀ ਔਰ ਗੁਰਮਤ ਦੀ ਔਰ ਮਨਮਤ ਦੀ ਕਸਵੱਟੀ ਨੂੰ ਦੇਖਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ ਪੈਣਾ, ਉਹਨਾਂ ਨੂੰ ਮਹਿਸੂਸ ਕਰਨਾ ਪੈਣਾ, ਤਾਂ ਜਾ ਕੇ ਵਿਵੇਕ ਆਏਗਾ। ਕੀਰਤਨੀ ਸਿੰਘਾਂ ਦੀ
ਔਰ ਗੁਰੰਥੀ ਸਿੰਘਾਂ ਦੀ ਜਿਹੜੀ ਉਹਨਾਂ ਦੀ ਪੜ੍ਹਾਈ ਸਿਖਲਾਈ, ਉਹਨਾਂ ਦੇ ਬੱਚਿਆਂ ਦੀ ਜਿਹੜੀ ਅੰਡਰਟੇਕਿੰਗ ਹੈ, ਉਹਨਾਂ ਦੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਹੈ, ਉਹਨਾਂ ਦਾ ਮੈਡੀਕਲ, ਉਹਨਾਂ ਦਾ ਇੰਸ਼ੋਰੈਂਸ, ਇਹ ਹਰ ਚੀਜ਼ ਖਾਲਸਾ ਜੀ ਲੈਣੀ ਪੈਣੀ ਹੈ। ਜਦੋਂ ਤੱਕ ਆਪਾਂ ਗੁਰੂ ਦੇ ਵਜ਼ੀਰਾਂ ਨੂੰ, ਗੁਰੂ ਦੇ ਗ੍ਰੰਥੀ ਸਿੰਘਾਂ ਨੂੰ, ਕੀਰਤਨ ਸਿੰਘਾਂ ਨੂੰ, ਜਦ ਤੱਕ ਇਹ ਕੁੱਕਰ ਨੇ ਗੁਰੂ ਘਰ ਦੇ, ਔਰ ਇਹਨਾਂ ਨੇ ਭੌਂਕਣਾ ਹੈ, ਇਹਨਾਂ ਨੇ ਭੌਂਕ ਕੇ ਤੇ ਵਿਪਰਵਾਦ ਨੂੰ ਸੇਂਧ ਨਹੀਂ ਲਗਾਉਣ ਦੇਣੀ। ਅਗਰ ਇਹ ਭੌਂਕੇ ਨਾ, ਅਗਰ ਇਹਨਾਂ ਨੂੰ ਭੌਂਕਣ ਲਈ ਆਪਾਂ ਨਹੀਂ ਇਨਕਰੇਜ ਕੀਤਾ ਤਾਂ ਵਿਪਰ ਨੇ ਸੇਂਧ ਤਾਂ ਵੱਜ ਗਈ ਹੋਈ ਹੈ, ਸੇਂਧ ਤੇ ਵਿਪਰਵਾਦ ਨੇ ਮਾਰ ਲਈ ਹੋਈ ਹੈ। ਲੁੱਟਣ ਦੀ ਤਿਆਰੀਆਂ ਵੀ ਹਨ, ਲੁੱਟ ਵੀ ਗਏ ਨੇ। ਪਰ ਇਹ ਜਦੋਂ ਤੱਕ ਇਹ ਕੁੱਕਰ, ਜਦੋਂ ਆਪਾਂ ਕੁੱਕਰ ਬਣ ਕੇ ਆਪਣੇ ਗੁਰੂ ਘਰ ਦੇ ਵਿੱਚ ਦੀਵਾਰਾਂ ਪੱਕੀ ਨਾ ਕਰਾਂਗੇ ਤਾਂ ਵਿਪਰਵਾਦ ਨੇ ਸੇਂਧ ਮਾਰ ਕੇ ਸਾਨੂੰ ਤੇ ਲੁੱਟਣਾ ਹੈ। ਗੁਰੂ ਦੀ ਬੇਅਦਬੀ ਦੇ ਕਾਰਨ ਵੀ ਅਸੀਂ ਬਣਾਂਗੇ ਔਰ ਅਕਿਰਤ ਘੰਟਾਂ ਦੀ ਲਿਸਟ ਵਿੱਚ ਅਸੀਂ ਆ ਜਾਵਾਂਗੇ। ਤਾਂ ਭਾਈ ਸਾਹਿਬ ਜੀ, ਇੱਕ ਸਵਾਲ ਹੋਰ ਹੈ ਕਿ ਜਿਵੇਂ ਕਿ ਮਾਂ ਬੋਲੀ ਪੰਜਾਬੀ 1947 ਤੋਂ ਜਿਹੜਾ ਹੈ ਉਹ ਜੰਮੂ ਕਸ਼ਮੀਰ ਦੀ ਰਾਜਸੀ ਭਾਸ਼ਾ ਵਜੋਂ ਚਲਦੀ ਆ ਰਹੀ ਸੀ, ਪਰ ਇੱਕਦਮ ਉਸ ਨੂੰ ਰਾਜਸੀ ਭਾਸ਼ਾ ਚੋਂ ਬਾਹਰ ਕੱਢ ਦਿੱਤਾ ਗਿਆ ਔਰ ਉਸ ਦੀਆਂ ਹੀ ਧੀਆਂ, ਜਿਵੇਂ ਕਿ ਛੋਟੀਆਂ ਭਾਸ਼ਾਵਾਂ ਜਿਨ੍ਹਾਂ ਦੀ ਆਪਣੀ ਲਿਪੀ ਵੀ ਨਹੀਂ ਹੈ, ਉਹਨਾਂ ਭਾਸ਼ਾਵਾਂ ਨੂੰ ਰਾਜਸੀ ਭਾਸ਼ਾ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਤੁਸੀਂ ਆਪਣੀ ਮਾਂ ਬੋਲੀ ਪੰਜਾਬੀ ਗੁਰਮੁਖੀ ਦੇ ਲਈ ਪ੍ਰਚਾਰ ਔਰ ਪ੍ਰਸਾਰ ਔਰ ਮੁੜ ਰਾਜਸੀ ਭਾਸ਼ਾ ਲਾਗੂ ਕਰਾਉਣ ਦੇ ਲਈ ਕੋਈ ਐਸਾ ਟਾਰਗੇਟ ਜਾਂ ਕੋਈ ਐਸਾ ਮੋਡਿਊਲ ਬਣਾਇਆ ਹੋਵੇ? ਖਾਲਸਾ ਜੀ, ਬੜੀ ਅਨਫੋਰਚੂਨੇਟ ਗੱਲ ਹੈ, ਬੜੀ ਮੰਦਭਾਗੀ ਗੱਲ ਹੈ, ਕਿਉਂਕਿ ਪੰਜਾਬੀ ਮਾਂ ਬੋਲੀ ਨੂੰ ਹੀ ਸਿੱਖ ਕੇ ਤੇ ਆਪਾਂ ਗੁਰੂ ਦੀ ਗੋਦ ਵਿੱਚ ਬੈਠਣਾ ਸੀ, ਗੁਰੂ ਨਾਲ ਗੱਲਾਂ ਕਰਨੀ ਸਨ। ਪਰ ਆਪਾਂ ਇਸ ਪੰਜਾਬੀ ਭਾਸ਼ਾ ਨੂੰ ਕਿਸੇ ਦੀ ਆਪਾਂ ਗਲਤੀ ਨਹੀਂ ਮੰਨ ਸਕਦੇ। ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਔਰ ਜਨਾ। ਆਪਾਂ ਦੋਸ਼ ਦਿੰਦੇ ਹਾਂ ਜੀ, ਉਹ ਕਰ ਗਏ, ਇਹ ਕਰ ਗਏ, ਉਹਨਾਂ ਨੇ ਐਲੀਮੀਨੇਟ ਕਰਤੀ, ਇਹਨਾਂ ਨੇ ਐਲੀਮੀਨੇਟ, ਨਾ 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 ਨਾ, ਇਹ ਉਹਨਾਂ ਨੇ ਕੁਝ ਨਹੀਂ ਕੀਤਾ। ਇਹ ਸਾਡੀਆਂ ਕਰਤੂਤਾਂ ਜਿਹੜੀਆਂ ਸਾਹਮਣੇ ਆਈਆਂ ਨੇ, ਸਾਡੇ ਘਰਾਂ ਦੀਆਂ ਕਰਤੂਤਾਂ ਸਾਹਮਣੇ ਆਈ ਨੇ, ਸਾਡੇ ਘਰ ਦਾ ਜਿਹੜੀ ਅਸਲੀਅਤ ਸੀ ਉਹ ਸਾਹਮਣੇ ਆਈ ਹੈ, ਕਿਉਂਕਿ ਅਸੀਂ ਆਪਣੇ ਘਰ ਵਿੱਚ ਆਪਣੀ ਹੀ ਮਾਂ ਬੋਲੀ ਦਾ ਕਤਲ ਕੀਤਾ ਵਾ, ਆਪਣੀ ਹੀ ਮਾਂ ਬੋਲੀ ਦਾ ਕਤਲ ਕੀਤਾ। ਔਰ ਇਸ ਕਾਰ ਵਾਸਤੇ ਆਪਾਂ ਆਪ ਜ਼ਿੰਮੇਵਾਰ ਹਾਂ। ਅਗਰ ਆਪਾਂ ਅੱਜ ਰੋ ਰਹੇ ਹਾਂ ਕਿ ਭਾਈ ਪੰਜਾਬੀ ਭਾਸ਼ਾ, ਰੋ ਵੀ ਆਪਾਂ ਫਰਾਡ ਹੀ ਰਹੇ ਹਾਂ, ਕਿਉਂਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਖਾਲਸਾ ਜੀ, ਮੈਂ ਸੱਚ ਔਰ ਸੱਚ ਗੁਰੂ ਕੋ ਆ ਰਿਹਾ ਹੈ ਕਿ ਜੋ ਆਪਾਂ ਰੋ ਰਹੇ ਹਾਂ, ਪੰਥ ਦਰਦੀ ਰੋ ਜ਼ਰੂਰ ਰਿਹਾ, ਗੁਰਸਿੱਖ ਰੋ ਰਿਹਾ ਹੈ, ਕਿਉਂਕਿ ਇਹ ਪੰਜਾਬੀ ਹਰ ਬੱਚੇ ਦੇ ਘਰ ਵਿੱਚ, ਹਰ ਸਿੱਖ ਦੇ ਕੋਲ ਹੋਣੀ ਚਾਹੀਦੀ ਸੀ, ਤਾਂ ਕਿ ਉਹ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਨਾਲ ਗੱਲਾਂ ਕਰ ਸਕੇ। ਗੁਰੂ ਦੀ ਗੱਲਾਂ ਕਰਨ ਜੋਗਾ ਵੀ ਨਹੀਂ ਅਸੀਂ ਰਹੇ। ਇਹ ਸਾਡੀਆਂ ਆਪਣੀਆਂ ਕਮਜ਼ੋਰੀਆਂ ਨੇ, ਕਿਉਂਕਿ ਆਪਾਂ ਗੈਰ ਭਾਸ਼ਾਵਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਤਾ ਹੈ, ਗੈਰ ਭਾਸ਼ਾਵਾਂ ਨੂੰ ਅਸੀਂ ਪ੍ਰਾਇਰਟੀ ਦੇ ਰਹੇ ਹਾਂ, ਔਰ ਆਪਾਂ ਇਹ ਇਨਫੀਰੀਅਰਿਟੀ ਕੰਪਲੈਕਸ ਰੱਖਦੇ ਹਾਂ ਆਪਣੇ ਵਿੱਚ ਕਿ ਭਾਈ ਆਪਾਂ ਜੇ ਪੰਜਾਬੀ ਬੋਲੀ ਤਾਂ ਗੁਆਂਢੀ ਸੋਚੇਗਾ ਕਿ ਭਾਈ ਨਹੀਂ, ਇਹ ਤਾਂ ਅਨਪੜ੍ਹ ਹੈ। ਮਤਲਬ ਗੱਲ ਇੱਥੇ ਤੱਕ ਪੁੱਜ ਗਈ ਹੈ। ਸਾਡੀ ਹਾਸੋਹੀਣੀ, ਸਾਡੀ ਆਇਰਨੀ ਇਸ ਗੱਲ ਦੀ ਦੇਖੋ ਕਿ ਸਾਡੀ ਔਕਾਤ, ਸਾਡੀ ਦੇਖੋ ਕਿ ਆਪਾਂ ਇਹ ਚੀਜ਼ ਸੋਚਣ ਤੇ ਮਜਬੂਰ ਹੋ ਗਏ ਹਾਂ। ਸਾਡੇ ਘਰ ਦੇ ਬਸ਼ਿੰਦੇ ਸੋਚਣ ਤੋਂ ਮਜਬੂਰ ਹੋ ਗਏ ਨੇ ਕਿ ਜੇ ਆਪਾਂ ਪੰਜਾਬੀ ਬੋਲੀ ਤਾਂ ਦੂਜਾ ਸਮਝ ਜਾਏਗਾ ਇਹ ਤਾਂ ਪੇਂਡੂ ਹੈਗਾ। ਇੱਕ ਸ਼ਰਮ ਦੀ ਗੱਲ ਹੈ ਸਾਧ ਸੰਗਤ, ਬਹੁਤ ਹੀ ਸ਼ਰਮ ਦੀ ਗੱਲ ਹੈ। ਜਿਸ ਬਾਣੀ ਨੂੰ, ਜਿਸ ਸਕ੍ਰਿਪਟ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਸ ਨੂੰ ਆਪਾਂ ਇਨਫੀਰੀਅਰ ਸਮਝ ਰਹੇ ਹਾਂ। ਇਸ ਤੋਂ ਵੱਡਾ ਘਾਣ ਸਾਡਾ ਕੋਈ ਨਹੀਂ ਹੈ, ਇਸ ਤੋਂ ਵੱਡਾ ਅਨਫੋਰਚੂਨੇਟ ਕੋਈ ਨਹੀਂ ਹੈ, ਔਰ ਇਸ ਤੋਂ ਵੱਡੀ ਮੰਦਭਾਗੀ ਕੋਈ ਗੱਲ ਨਹੀਂ ਹੈ ਕਿ ਜੇ ਆਪਾਂ ਇਹ ਚੀਜ਼ਾਂ ਸੋਚ ਕੇ ਚੱਲ ਰਹੇ ਹਾਂ। ਇਹ ਗੁਰੂ ਰਾਖਾ ਹੋਵੇ, ਸਾਡਾ ਕੀ ਬਣੂਗਾ ਇਹ ਗੁਰੂ ਆਪ ਜਾਣਦਾ ਹੈ। ਗੁਰੂ ਬਖਸ਼ਿਸ਼ ਕਰੇ, ਗੁਰੂ ਫॉरगिव करे ਸਾਨੂੰ। ਤੋ ਇੱਕ ਸਵਾਲ ਹੋਰ ਹੈ ਕਿ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ ਹੈ, ਇਹਦੀ ਪਾਰਦਰਸ਼ਿਤਾ ਲਈ, ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਕੁਝ ਗੱਲਾਂ ਚੱਲੀਆਂ ਸੀ ਕਿ ਇਹਦੇ ਵਿੱਚ ਕੁਝ ਅਪ ਡਾਊਨਸ ਹੋਏ ਨੇ, ਇਹਦੀ ਪਾਰਦਰਸ਼ਤਾ ਕਦੋਂ, ਕਿਸ ਨੇ ਖਰੀਦੀ, ਕਦੋਂ ਖਰੀਦੀ, ਕਿਸ ਨੇ ਵੇਚੀ, ਕਦੋਂ ਵੇਚੀ, ਇਹਦੀ ਪਾਰਦਰਸ਼ਤਾ ਲਈ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਾਪਰਟੀ ਦੇ ਵੀ ਲੈਣ ਦੇਣ ਦੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਤੁਸੀਂ ਉਹਦੇ ਲਈ ਕੁਝ ਐਸਾ ਕੁਝ ਸੋਚਿਆ ਹੋਵੇ? ਪਿਛਾਂ ਜੋ ਵੀ ਗੱਲਾਂ ਹੋਈਆਂ ਨੇ ਜਾਂ ਜਿਤਨੇ ਵੀ ਮੈਂਬਰਾਂ ਨੇ, ਜਿੰਨੇ ਵੀ ਸੇਵਾਦਾਰਾਂ ਨੇ ਕੋਈ ਵੀ ਕਾਰ ਕੀਤੀ ਹੈ, ਉਹ ਔਨ ਰਿਕਾਰਡ ਸੇ, ਔਨ ਰਿਕਾਰਡ ਜਿਹੜੀ ਗੱਲਾਂ, ਜਦ ਤੱਕ ਇਸ ਨੂੰ ਸਿਕਿਉਰਿਟੀ ਨਾ ਕੀਤੀ ਜਾਏਗੀ, ਐਗਜ਼ਾਮਿਨ ਨਹੀਂ ਕੀਤਾ ਜਾਵੇਗਾ, ਜਾਂ ਪੰਥ ਦਰਦੀਆਂ ਨਾਲ, ਗੁਰਸਿੱਖਾਂ ਨਾਲ ਬੈਠ ਕੇ ਇਸ 'ਤੇ ਵਿਚਾਰ ਨਾ ਕੀਤੀ ਜਾਵੇਗੀ। ਗੁਰੂ ਦੀ ਪ੍ਰੋਪਰਟੀ ਨੂੰ ਔਨ ਰਿਕਾਰਡਸ ਐਸਟੈਬਲਿਸ਼ ਕਰਨਾ, ਟਰਾਂਸਪੇਰੈਂਸੀ ਲਿਆਉਣੀ ਆ,
ਇਹ ਸਾਰਾ ਇੱਕ ਮਕਸਦ ਵੀ ਹੈ ਔਰ ਇੱਕ ਟੀਚਾ ਵੀ ਹੈ, ਇੱਕ ਮਕਸਦ ਵੀ ਸਾਡਾ ਇਸ ਮਸਲੇ ਵਿੱਚ, ਕਿਉਂਕਿ ਗੁਰੂ ਘਰ ਦਾ ਸਰਮਾਇਆ ਬਚਾਉਣਾ ਹੀ ਸਾਡੀ ਪ੍ਰਾਇਰਟੀ ਹੈ। ਗੁਰੂ ਘਰ ਦਾ ਸਰਮਾਇਆ ਬਚੇਗਾ, ਗੁਰੂ ਘਰ ਦਾ ਸਰਮਾਇਆ ਔਰ ਗੁਰੂ ਘਰ ਦੀ ਮਾਇਆ ਦੀ, ਗੁਰੂ ਘਰ ਦੀ ਦੁਰਵਰਤੋਂ ਨਾ ਹੋਵੇ, ਇਸ ਨੂੰ ਵੀ ਆਪਾਂ ਬਚਾਉਣਾ ਹੈ। ਗੁਰੂ ਘਰ ਦੀ ਮਾਇਆ ਗੁਰਮਤ ਦੇ ਪ੍ਰਚਾਰ ਵਿੱਚ ਲੱਗਣੀ ਚਾਹੀਦੀ ਹੈ, ਨਾ ਕਿ ਗੁਰੂ ਦੇ ਘਰ ਦੇ ਸਿਮਟਾਂ ਔਰ ਮਾਰਬਲਾਂ ਵਾਸਤੇ ਔਰ ਡਿਊਰੇਟ ਵਾਸਤੇ ਔਰ ਝੁਮਰਾਂ ਵਾਸਤੇ ਲੱਗਣੀ ਚਾਹੀਦੀ ਹੈ। ਗੁਰਮਤ ਦੇ ਪ੍ਰਚਾਰ ਵਿੱਚ ਲੱਗਣੀ ਚਾਹੀਦੀ ਹੈ ਔਰ ਜਿਤਨੀ ਕੁ ਗੁਰੂ ਘਰ ਵਿੱਚ ਇਸ ਦੀ ਭੇਟਾਂ ਹੁੰਦੀ ਹੈ ਸਤਸੰਗਤ ਦੀ, ਇਹ ਜਿਸ ਹੱਦ ਤੱਕ ਵੀ ਹੋ ਸਕੇ ਗੁਰਮਤ ਦੇ ਪ੍ਰਚਾਰ ਵਾਸਤੇ ਹੋਣੀ ਚਾਹੀਦੀ ਹੈ। ਗੁਰਸਿੱਖ ਦੇ ਹਿਰਦੇ ਵਿੱਚ ਗੁਰੂ ਘਰ ਦੀ ਬਾਣੀ ਪੁੱਜਣੀ ਚਾਹੀਦੀ ਹੈ। ਉਸ ਵਿੱਚ ਜਿਤਨਾ ਵੀ ਹੈ ਉਹ ਸਾਰਾ ਜਿਹੜੀ ਉਸਦੀ ਜਿਹੜੀ ਇੱਕ ਅਟੈਂਪਟਸ ਨੇ, ਐਂਡੇਵਰਸ ਜਿਹੜੇ ਨੇ, ਉਹਨਾਂ ਤੱਕ ਪੁੱਜਣੇ ਚਾਹੀਦੇ ਨੇ। ਜਿਹੜੀ ਗੁਰੂ ਘਰ ਦੀ ਪ੍ਰੋਪਰਟੀ ਹੈ, ਸਰਮਾਇਆ ਹੈ, ਉਸ ਨੂੰ ਹਾਈਟੈਕ ਕਰਨ ਦੀ, ਉਸ ਨੂੰ ਇੱਕ ਪੋਰਟਲ ਬਣਾਉਣ ਦੀ, ਉਸ ਨੂੰ ਇੱਕ ਵੈਬਸਾਈਟ ਬਣਾਉਣ ਦੀ ਇੱਕ ਉਪਰਾਲਾ ਕੀਤਾ ਜਾਵੇਗਾ, ਕਿਉਂਕਿ ਇੰਟੈਲੈਕਚੁਅਲਸ ਦੀ ਕੌਮ ਵਿੱਚ ਕਮੀ ਨਹੀਂ ਹੈ, ਪਰ ਉਹਨਾਂ ਇੰਟੈਲੈਕਚੁਅਲਸ ਦਾ ਇੱਕ ਪੋਟੈਂਸ਼ੀਅਲ, ਉਸ ਨੂੰ ਇੱਕ ਵਾਈਂਡ ਅਪ ਕਰਨਾ, ਉਸ ਨੂੰ ਇੱਕ ਦਿਸ਼ਾ ਦੇਣੀ, ਇਹ ਬੜੀ ਜ਼ਰੂਰੀ ਹੈ। ਅਤੇ ਉਹ ਦਿਸ਼ਾ ਆਪਾਂ ਗੁਰੂ ਦੀ ਬਖਸ਼ਿਸ਼ ਸਦਕਾ ਦਿਆਂਗੇ, ਤਾਂ ਕਿ ਉਹ ਇੱਕ ਪੋਰਟਲ, ਇੱਕ ਵੈਬਸਾਈਟ ਬਣਾਈ ਜਾਏ, ਤਾਂ ਕਿ ਉਸ ਦੇ ਰਾਹੀਂ ਹਰ ਸਿੱਖ ਨੂੰ ਇਨਫੋਰਮੇਸ਼ਨ ਦਿੱਤੀ ਜਾਏ, ਤਾਂ ਕਿ ਉਹ ਵਿੰਡੋ ਓਪਨ ਕਰੇ, ਉਸ ਪੋਰਟਲ ਨੂੰ ਓਪਨ ਕਰਕੇ ਹਰ ਇੱਕ ਚੀਜ਼ ਦੀ ਇਨਫੋਰਮੇਸ਼ਨ ਉੱਥੇ ਲੈ ਲੇ, ਕਿਉਂਕਿ ਸੰਗਤ ਨੂੰ ਸੁਚੇਤ ਕਰਨਾ ਹੀ ਸਾਡਾ ਟੀਚਾ ਹੈ। ਗੁਰੂ ਘਰ ਵਿੱਚ ਹੋ ਕੀ ਰਿਹਾ ਹੈ, ਜ਼ਰੂਰੀ ਨਹੀਂ ਪ੍ਰੋਪਰਟੀਜ਼, ਗੁਰੂ ਘਰ ਵਿੱਚ ਐਕਸਰਸਾਈਜ਼ ਜਿਹੜੀ ਹੋ ਰਹੀ ਹੈ ਉਸ ਦਾ ਵੀ ਡਾਇਰੈਕਟ ਜਿਹੜਾ ਸਾਂਝ ਕਰਨੀ ਬੜੀ ਜ਼ਰੂਰੀ ਹੈ, ਕਿਉਂਕਿ ਸੰਗਤ ਹਰ ਇੱਕ ਮੋਬਾਈਲ ਹਰ ਕਿਸੇ ਕੋਲ ਹੈ ਔਰ ਹਰ ਬੰਦਾ ਹਾਈਟੈਕ ਹੋ ਚੁੱਕਿਆ ਹੈ, ਤੇ ਉਸ ਪੋਰਟਲ ਦਾ ਉਸ ਗੁਰੂ ਘਰ ਵਿੱਚ ਉਹ ਗੁਰਸਿੱਖ ਦੇ ਕੋਲ ਪੁੱਜਣਾ ਬੜਾ ਜ਼ਰੂਰੀ ਹੈ। ਇਹ ਅਗਾਂਹ ਆਉਣ ਵਾਲੇ ਟਾਈਮ ਵਿੱਚ ਉਹ ਜਿਹੜੇ ਇੰਟੈਲੈਕਚੁਅਲ ਸਾਡੇ ਬੱਚੇ ਨੇ, ਉਹਨਾਂ ਨੂੰ ਆਪਾਂ ਕਿਸੇ ਤਰੀਕੇ ਨਾਲ ਇਹਦਾ ਬੇਨਤੀ ਕਰਕੇ ਜਾਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਇੰਗੇਜ ਕਰਕੇ ਇਹ ਚੀਜ਼ਾਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਤਾਂ ਕਿ ਗੁਰੂ ਘਰ ਦਾ ਸਰਮਾਇਆ ਬਚਾਇਆ ਜਾ ਸਕੇ। ਜੋ ਕੌਮ ਦਾ ਭਖਦਾ ਮਸਲਾ ਮੂਲ ਨਾਨਕਸ਼ਾਹੀ ਕੈਲੰਡਰ 2003, ਜੋ ਕਿ ਅਕਾਲ ਤਖਤ ਵੱਲੋਂ ਪੰਥ ਪ੍ਰਵਾਨਿਤ ਅਕਾਲ ਤਖਤ ਵੱਲੋਂ ਲਾਗੂ ਕੀਤਾ ਗਿਆ ਸੀ, ਬਾਅਦ ਵਿੱਚ ਉਸ ਦਾ ਘਾਣ ਕਰ ਦਿੱਤਾ ਗਿਆ, ਮਗਰ ਜੰਮੂ ਕਸ਼ਮੀਰ ਦੇ ਵਿੱਚ ਫਿਰ ਤੋਂ ਲਾਗੂ ਹੋਇਆ ਔਰ ਜੰਮੂ ਕਸ਼ਮੀਰ ਦੇ ਵਿੱਚ ਹੀ ਫਿਰ ਤੋਂ ਉਹਨੂੰ ਬੰਦ ਕਰ ਦਿੱਤਾ ਗਿਆ। ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਉੱਤੇ ਆਪ ਜੀ ਆਪਣਾ ਸਟੈਂਡ ਸਪਸ਼ਟ ਕਰੋ। ਮੂਲ ਨਾਨਕਸ਼ਾਹੀ ਕੈਲੰਡਰ ਪੁਰੇਵਾਲ ਸਾਹਿਬ ਦਾ ਇੱਕ ਬਹੁਤ ਵੱਡਾ ਇੱਕ ਉਪਰਾਲਾ ਰਿਹਾ ਹੈ। ਸਿੱਖ ਕੌਮ ਦਾ ਹਰ ਹਿਰਦਾ ਉਸ ਨੂੰ ਜਾਣਦਾ ਹੈ, ਸਿੱਖ ਕੌਮ ਦਾ ਹਰ ਹਿਰਦਾ ਸ਼ਲਾਘਾ ਵੀ ਕਰਦਾ ਹੈ, ਕਰ ਵੀ ਰਿਹਾ। ਮੂਲ ਨਾਨਕਸ਼ਾਹੀ ਕੈਲੰਡਰ ਦਾ ਇੱਕ ਮਕਸਦ ਸੀ ਕਿ ਗੁਰੂਆਂ ਦੀ ਤਿਥੀਆਂ ਨੂੰ ਪੱਕਾ ਕੀਤਾ ਜਾਵੇ, ਇੱਕ ਮਕਸਦ ਹੈ। ਮੈਂ ਕਿਸੇ ਕੈਲੰਡਰ ਨੂੰ ਤਰਜੀਹ ਨਹੀਂ ਦੇ ਰਿਹਾ ਜਾਂ ਕਿਸੇ ਕੈਲੰਡਰ ਨੂੰ ਡਿਨਾਈ ਜਾਂ ਐਕਸੈਪਟ ਨਹੀਂ ਕਰ ਰਿਹਾ, ਮੈਂ ਉਸ ਕੈਲੰਡਰ ਦੀ ਗੱਲ ਕਰ ਰਿਹਾ ਜਿਸ ਕੈਲੰਡਰ ਵਿੱਚ ਸਾਡੇ ਗੁਰੂਆਂ ਦੇ ਇਤਿਹਾਸ ਦੀ ਤਿਥੀ ਨੂੰ, ਮਿਤੀ ਨੂੰ ਪੱਕਾ ਕੀਤਾ ਜਾਵੇ। ਜੇ ਗੁਰਪੁਰਬ ਦੀਆਂ, ਜੇ ਗੁਰੂ ਘਰ ਦੀਆਂ, ਜੇ ਗੁਰੂਆਂ ਦੀਆਂ ਤਿਥੀਆਂ ਮਿਤੀਆਂ ਵਿਪਰ ਤੈਅ ਕਰੇਗਾ ਜਾਂ ਵਿਪਰਵਾਦ ਸਾਡੇ ਉੱਪਰ ਹਾਵੀ ਹੋ ਕੇ ਵਿਪਰ ਸਾਨੂੰ ਕਹੇਗਾ ਕਿ ਭਾਈ ਇਹ ਗੁਰੂ ਦੀ ਤਿਥੀ ਇਹ ਹੈ, ਇਹ ਸਾਨੂੰ ਪ੍ਰਵਾਨ ਨਹੀਂ। ਕੋਈ ਵੀ ਗੁਰਸਿੱਖ ਗੁਰੂ ਦਾ ਹਿਰਦਾ, ਕੋਈ ਵੀ ਪੰਥ ਦਰਦੀ ਜਿਹਦਾ ਹਿਰਦਾ ਹੈ, ਉਹ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰੇਗਾ। ਪੁਰੇਵਾਲ ਸਾਹਿਬ ਦੀ ਜਿਹੜੀ ਮਿਹਨਤ ਹੈ, ਉਹਨਾਂ ਦੀ ਜਿਹੜੀ ਐਂਡੇਵਰਸ ਰਹੇ ਨੇ ਸਿੱਖ ਕੌਮ ਵਾਸਤੇ, ਉਹਨਾਂ ਨੂੰ ਤਰਜੀਹ ਦਿੱਤੀ ਜਾਏ, ਉਸ ਨੂੰ ਪ੍ਰਾਇਰਟੀ ਦਿੱਤੀ ਜਾਏ। ਮੈਂ ਨਹੀਂ ਕਹਿੰਦਾ ਕਿ ਉਸ ਚੀਜ਼ ਨੂੰ ਕੀਤਾ ਜਾਏ, ਪਰ ਇੱਕੋ ਚੀਜ਼ ਦਾ ਹੈ ਕਿ ਤਿਥੀ ਔਰ ਮਿਤੀ ਇੱਕ ਹੋਣੀ ਚਾਹੀਦੀ ਹੈ। ਜੇ ਬੱਚਿਆਂ ਦੀ, ਆਪਣੇ ਬੱਚਿਆਂ ਦੀ ਮਿਤੀ ਔਰ ਉਹਨਾਂ ਦੇ ਜਨਮ ਦਿਨ ਜਿਹੜੇ ਸਾਡੇ ਇੱਕ ਹੋ ਸਕਦੇ ਨੇ, ਹਾਲਾਂਕਿ ਜਨਮ ਦਿਨ ਮਨਾਉਣਾ ਗਲਤ ਹੈ, ਗੁਰਮਤਿ ਦਾ ਸਿਧਾਂਤ ਨਹੀਂ ਹੈ, ਪਰ ਸੰਗਤ ਸੁਚੇਤ ਨਹੀਂ, ਅਚੇਤ ਨਹੀਂ ਆਪਾਂ ਜਾ ਰਹੇ, ਕਿਉਂਕਿ ਜਨਮ ਦਿਨ ਮਨਾਉਣ ਦਾ ਮਤਲਬ ਇਹ ਹੈ ਕਿ ਗੁਰਮਤਿ ਦੇ ਸਿਧਾਂਤਾਂ ਨੂੰ, ਗੁਰੂ ਨੂੰ ਆਪਾਂ ਇਹ ਕਹਿ ਦਿੱਤਾ ਕਿ ਤੂੰ ਕੁਛ ਨਹੀਂ ਹੈ, ਆਪਾਂ ਹੀ ਸਭ ਕੁਛ ਹੈ, ਕਿਉਂਕਿ ਗੁਰੂ ਨੇ ਆਪ ਵਿੱਚ ਦਿੱਤਾ ਹੈ, ਜਨਨੀ ਨਹੀਂ ਜਾਣਨ ਸੁਧ ਬੜਾ ਹੋਤ ਹੈ, ਇਤਨਾ ਕੋ ਨਾ ਜਾਣਾ ਜੇ ਦਿਨ ਦੇ ਨਾਲ ਘਟਤ ਹੈ। ਜਿਸ ਦਿਨ ਤੁਸੀਂ ਕੇਕ ਕੱਟ ਰਹੇ ਹੋ ਉਹ ਦਿਨ ਉਸਦਾ ਘੱਟ ਹੋ ਗਿਆ ਹੈ, ਔਰ ਉਸ ਦਿਨ ਨੂੰ ਤੁਸੀਂ ਗੁਰੂ ਦੀ ਹਾਜ਼ਰੀ ਦੇ ਕੇ, ਗੁਰੂ ਦੇ ਡੰਡੋਤ ਕਰਕੇ ਉਸ ਨੂੰ ਖਿਮਾ ਮੰਗਣੀ ਹੈ, ਮਾਫੀ ਮੰਗਣੀ ਹੈ ਪਿਛਲੇ ਗੁਨਾਹ ਦੀ। ਉਹ ਨਾ ਮਾਫੀ ਮੰਗ ਕੇ ਉਹ ਦਿਨ ਸਾਡਾ ਪੂਰਾ ਦਾ ਪੂਰਾ ਅਵਗੁਣ ਬਖਸ਼ਣ ਵਾਸਤੇ ਔਰ ਸ਼ੁਕਰਾਨਾ ਅਦਾ ਕਰਨ ਵਾਸਤੇ ਹੋਣਾ ਚਾਹੀਦਾ ਸੀ, ਪਰ ਉਹ ਗੁਰੂ ਦੀ ਸਿੱਖਿਆ ਦੀ ਘਾਟ ਔਰ ਗੁਰੂ ਦੇ ਕੂਕਰਾਂ ਦੀ ਕੂਕ ਨਹੀਂ ਪੁੱਜੀ ਗੁਰਸਿੱਖਾਂ ਦੇ ਹਿਰਦੇ ਵਿੱਚ। ਤੇ ਅੱਜ ਆਪਾਂ ਉਹ ਗੁਰੂ ਦੀ ਬਾਣੀ ਨੂੰ ਖੋਲਣਾ ਸੀ, ਆਪਾਂ ਕੇਕ ਖੋਲ ਕੇ ਬੈਠੇ ਹਾਂ। ਇਹ ਬੜੀ ਬਦਨਸੀਬੀ ਵਾਲੀ ਗੱਲਾਂ ਨੇ। ਇਹ ਉਹ ਪੁਰਾਤਨ ਸਿੰਘਾਂ ਦੇ ਆਪਾਂ ਕੁਝ ਇਤਿਹਾਸਕ ਵਰਨਰ ਜਿਹੜੇ ਨਾ ਉਹ ਪੜ੍ਹ ਲਈਏ ਕਿ ਕੀ ਕਰਦੇ ਸਨ ਔਰ ਗੁਰੂ ਦੇ ਪ੍ਰਤੀ ਕਿੰਨੇ ਸ਼ਰਧਾਵਾਨ ਸਨ, ਗੁਰੂ ਦੇ ਪ੍ਰਤੀ ਕਿਵੇਂ ਮਰਦੇ ਸਨ। ਉਹ ਆਪਾਂ ਮਰਨਾ ਛੱਡ ਕੇ ਆਪਾਂ ਉਹਨਾਂ ਹੱਸੀ ਮਜ਼ਾਕ ਲੈ ਲਿਆ। ਦਿਸ ਇਜ਼ ਆਇਰਨੀ ਆਫ ਆਵਰ ਪੀਪਲਸ ਕਿ ਇਹ ਸਾਡੀ ਇੱਕ ਵਿਡੰਬਨਾ ਹੈ, ਸਾਡਾ ਬਦਨਸੀਬ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਕਾਰ ਕਰਕੇ ਗੁਰੂ ਦੀ ਇੱਕ
ਇੱਕ ਵੱਡੇ ਅਹੁਦੇ ਨੂੰ ਔਰ ਗੁਰੂ ਦੇ ਇੱਕ ਵੱਡੇ ਅਸਤਿਤਵ ਨੂੰ ਅਸੀਂ ਤਿਲਾਂਜਲੀ ਦੇ ਦਿੱਤੀ ਹੈ, ਗੁਰੂ ਦੇ ਭਿਆਨ ਨੂੰ ਖਤਮ ਕਰਤਾ ਹੈ ਔਰ ਗੁਰੂ ਦੀ ਆਪਾਂ ਨਿਰਾਦਰੀ ਔਰ ਬੇਅਦਬੀ ਲਗਾਤਾਰ ਕਰੀ ਜਾ ਰਹੇ ਹਾਂ। ਤੋ ਆਪਸੀ ਸਾਂਝ ਟੀਵੀ ਵੱਲੋਂ ਅਸੀਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹ ਸਨ ਇੰਸਪੈਕਟਰ ਇੰਦਰਜੀਤ ਸਿੰਘ ਜੀ, ਢਿਗਿਆਣਾ ਕੰਸਟੀਚੁਐਂਸੀ DGPC ਇਲੈਕਸ਼ਨਸ ਦੇ ਕੰਟੈਸਟੈਂਟ। तो उम्मीद करते हैं जो इन्होंने अपना वलवला जो दसिया है संगत के सामने रखा है वो इस ते कायम रहेंगे। तो इन्नियां ही बेनतियां दे नाल इन्नियां ही शब्दां दे नाल असीं इन्हां तो भी और आप जी तो भी इजाज़त लैंदे हां। वाहिगुरू जी का खालसा।